ਸਤਿ ਸ਼੍ਰੀ ਅਕਾਲ ਪੰਜਾਬੀਓ। ਅੱਜ ਇੱਕ ਵਾਰ ਫਿਰ ਤੋਂ ਵਿਦੇਸ਼ਾਂ ਦੀਆਂ ਖਾਸ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ। ਅਮਰੀਕਾ ਦੇ ਵਿੱਚ ਪੰਜਾਬੀ ਲੜਕੀ ਦੀ ਇੱਜ਼ਤ ਲੁੱਟੇ ਜਾਣ ਦਾ ਕਿੱਸਾ ਜੋ ਅਮਰੀਕਾ ਦੇ ਵਿੱਚ ਵਾਪਰਿਆ ਉਸਨੇ ਪੰਜਾਬ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਅਮਰੀਕਾ ਤੋਂ ਇੱਕ ਬਹੁਤ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਜਿਸ ਦੇ ਨਾਲ ਪੂਰੇ ਪੰਜਾਬ ਦਾ ਦਿਲ ਬਲੂੰਦਰਿਆ ਗਿਆ। ਇਸ ਖਬਰ ਦੇ ਆਉਣ ਦੇ ਨਾਲ ਇਹ ਵੀ ਸਾਬਤ ਹੁੰਦਾ ਹੈ ਕਿ ਪੰਜਾਬੀ ਬਾਹਰ ਜਾਣ ਦੇ ਨਸ਼ੇ ਦੇ ਵਿੱਚ ਇੰਨੇ ਪਾਗਲ ਹੋ ਚੁੱਕੇ ਹਨ ਕਿ ਨਾ ਤਾਂ ਉਹ ਆਪਣੀ ਇੱਜ਼ਤਾਂ ਬਾਰੇ ਸੋਚ ਰਹੇ ਹਨ ਤੇ ਨਾ ਹੀ ਜਾਨ ਦੀ ਪਰਵਾਹ ਕਰਦੇ ਹਨ। ਅਜਿਹਾ ਹੀ ਇੱਕ ਕਿੱਸਾ ਸਰਬਜੀਤ ਅਤੇ ਉਸ ਦੀ ਪਤਨੀ ਦਾ ਸਾਹਮਣੇ ਆਇਆ, ਜਿੱਥੇ ਸਰਬਜੀਤ ਦੀ ਪਤਨੀ ਏਕਤਾ ਨੂੰ ਬਾਹਰ ਜਾਣ ਦੀ ਚਾਹ ਉਸ ਦੀ ਇੱਛਾ ਇੰਨੀ ਮਹਿੰਗੀ ਪੈ ਗਈ ਕਿ ਉਸ ਨੂੰ 1.5 ਸਾਲ ਤੱਕ ਆਪਣੀ ਇੱਜ਼ਤ ਲੁਟਵਾਉਣੀ ਪਈ। ਸਰਬਜੀਤ ਸਿੰਘ ਨੇ ਦੱਸਿਆ ਕਿ ਉਹ 2015 ਦੇ ਵਿੱਚ ਡੌਂਕੀ ਲਗਾ ਕੇ ਅਮਰੀਕਾ ਗਿਆ ਸੀ। ਉਸ ਸਮੇਂ ਵੀ ਅਮਰੀਕਾ ਪਹੁੰਚਣ ਦੇ ਵਿੱਚ ਕਾਫੀ ਔਕੜਾਂ ਆਈਆਂ, ਪਰ ਚੰਗੀ ਕਿਸਮਤ ਦੇ ਨਾਲ ਉਹ ਅਮਰੀਕਾ ਪਹੁੰਚ ਗਿਆ। ਥੋੜਾ ਸਮਾਂ ਲੱਗਾ ਅਤੇ ਸਭ ਕੁਝ ਵਧੀਆ ਚੱਲਣ ਲੱਗ ਪਿਆ। ਮੈਨੂੰ ਲੱਗਣ ਲੱਗਾ ਕਿ ਮੈਨੂੰ ਆਪਣੀ ਪਤਨੀ ਨੂੰ ਵੀ ਅਮਰੀਕਾ ਆਪਣੇ ਕੋਲ ਬੁਲਾ ਲੈਣਾ ਚਾਹੀਦਾ ਹੈ। 3 ਸਾਲ ਤੱਕ ਮੈਂ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਗੱਲ ਨਹੀਂ ਬਣੀ। ਫਿਰ ਮੈਂ ਸੋਚਿਆ ਕਿ ਕਿਉਂ ਨਾ ਏਕਤਾ ਨੂੰ ਵੀ ਡੌਂਕੀ ਲਗਵਾ ਕੇ ਇੱਧਰ ਬੁਲਾ ਲਵਾਂ, ਕਿਉਂਕਿ ਮੈਂ ਵੀ ਤਾਂ ਡੌਂਕੀ ਲਗਾ ਕੇ ਆਇਆ ਹਾਂ, ਅੱਜ ਸੈੱਟ ਹਾਂ। ਜਨਵਰੀ 2019 ਦੇ ਵਿੱਚ ਮੈਂ ਦਿੱਲੀ ਦੇ ਇੱਕ ਏਜੰਟ ਨਾਲ ਗੱਲ ਕੀਤੀ। ਉਸਨੇ ਕਿਹਾ ਕਿ 25 ਲੱਖ ਰੁਪਇਆ ਲੱਗੇਗਾ ਅਤੇ 15 ਦਿਨ ਦੇ ਵਿੱਚ ਅਸੀਂ ਬਾਰਡਰ ਤੱਕ ਲੜਕੀ ਨੂੰ ਪਹੁੰਚਾ ਦੇਵਾਂਗੇ। ਫਿਰ ਕਿਸੇ ਟਰੱਕ ਵਿੱਚ ਬਾਰਡਰ ਪਾਰ ਕਰਵਾ ਦੇਵਾਂਗੇ। ਸਾਰੀ ਗੱਲ ਪੱਕੀ ਹੋ ਗਈ ਅਤੇ 7 ਮਾਰਚ ਨੂੰ ਏਕਤਾ ਦਿੱਲੀ ਏਅਰਪੋਰਟ ਤੋਂ ਰਵਾਨਾ ਹੋਏ। ਜਹਾਜ਼ ਚੜ੍ਹਨ ਤੋਂ ਪਹਿਲਾਂ ਉਸਨੇ ਗੱਲ ਕੀਤੀ, ਫਿਰ ਉਸ ਨੂੰ ਫੋਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਐਡਰੈਸ ਦਿੱਤਾ ਗਿਆ। 15 ਦਿਨ ਤੱਕ ਮੇਰੀ ਸਿਰਫ ਏਜੰਟ ਨਾਲ ਗੱਲ ਹੁੰਦੀ ਰਹੀ ਅਤੇ ਉਹ ਸਿਰਫ ਮੈਨੂੰ ਭਰੋਸਾ ਦਿੰਦਾ ਰਿਹਾ ਕਿ ਲੜਕੀ ਤੁਹਾਡੇ ਕੋਲ ਪਹੁੰਚ ਜਾਵੇਗੀ, ਪਰ ਜੋ ਹੋਇਆ ਉਸਨੇ ਮੇਰੀ ਆਤਮਾ ਨੂੰ ਝੰਜੋੜ ਦਿੱਤਾ। 15 ਦਿਨ ਬਾਅਦ ਏਜੰਟ ਨੇ ਵੀ ਫੋਨ ਬੰਦ ਕਰ ਲਿਆ। ਹੁਣ ਮੈਂ ਪੂਰੀ ਤਰ੍ਹਾਂ ਫਸ ਚੁੱਕਾ ਸੀ। ਨਾ ਤਾਂ ਮੇਰੇ ਕੋਲ ਕੁਝ ਕਰਨ ਦੇ ਲਈ ਸੀ ਤੇ ਨਾ ਹੀ ਮੈਂ ਪੁਲਿਸ ਨੂੰ ਦੱਸ ਸਕਦਾ ਸੀ। ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਪੂਰੀ ਦੁਨੀਆ ਦੇ ਵਿੱਚ ਮੈਂ ਆਪਣੀ ਪਤਨੀ ਨੂੰ ਲੱਭਾਂ ਤਾਂ ਕਿੱਥੇ ਲੱਭਾਂ। 2 ਮਹੀਨੇ ਤੱਕ ਫਿਰ ਵੀ ਮੈਂ ਇੰਤਜ਼ਾਰ ਕੀਤਾ ਪਰ ਮੇਰੇ ਹੱਥ ਕੁਝ ਵੀ ਨਹੀਂ ਆਇਆ। ਫਿਰ ਮੈਂ ਖੁਦ ਹੀ ਕੁਝ ਕਰਨ ਦਾ ਸੋਚ ਲਿਆ। ਮੈਂ ਬਾਰਡਰ ਦੇ ਨਾਲ ਲੱਗਦੇ ਏਰੀਏ ਦੇ ਵਿੱਚ ਨੌਕਰੀ ਲੈ ਲਈ। ਮੈਂ ਸਾਰੇ ਟਰੱਕਾਂ 'ਤੇ ਨਜ਼ਰ ਰੱਖਣ ਲੱਗਾ। 30 ਤੋਂ 40 ਦਿਨਾਂ ਦੇ ਵਿੱਚ ਹੀ ਮੈਨੂੰ ਸਮਗਲਿੰਗ ਦੀਆਂ ਚੀਜ਼ਾਂ ਅਤੇ ਇਸ ਦੇ ਵਿੱਚ ਸ਼ਾਮਲ ਲੋਕਾਂ ਦਾ ਪਤਾ ਲੱਗਣ ਲੱਗ ਪਿਆ। ਮੈਂ ਟਰੱਕ ਵੀ ਚੈੱਕ ਕਰਨ ਲੱਗਾ। ਟਰੱਕ ਚੈੱਕ ਕਰਨ ਵਾਲੇ ਅਫਸਰ ਦੇ ਨਾਲ ਮੇਰੀ ਯਾਰੀ ਪੈ ਗਈ। ਮੈਂ ਉਸ ਦੀ ਕਾਫੀ ਸੇਵਾ ਕਰਦਾ ਅਤੇ ਉਹ ਮੇਰੇ ਤੇ ਕਾਫੀ ਭਰੋਸਾ ਕਰਨ ਲੱਗ ਪਿਆ। ਇੱਕ ਦਿਨ ਇੱਕ ਕੁੜੀਆਂ ਦੇ ਨਾਲ ਭਰਿਆ ਹੋਇਆ ਟਰੱਕ ਫੜਿਆ ਗਿਆ। ਕੁੜੀਆਂ ਨੂੰ ਡੱਬਿਆਂ ਦੇ ਵਿੱਚ ਬੰਦ ਕਰਕੇ ਟਰੱਕ ਵਿੱਚ ਇਵੇਂ ਰੱਖਿਆ ਸੀ ਜਿਵੇਂ ਕੋਈ ਸਮਾਨ ਨਾਲ ਡੱਬੇ ਭਰੇ ਹੋਣ। ਟਰੱਕ ਡਰਾਈਵਰ ਅਤੇ ਉਸ ਦਾ ਸਾਥੀ ਫੜੇ ਗਏ। ਮੈਂ ਪੁਲਿਸ ਅਫਸਰ ਸ਼ੈਲਿਨ ਨੂੰ ਕਿਹਾ ਕਿ ਰਾਤ ਦੀ ਕਸਟਡੀ ਵਿੱਚ ਮੇਰੀ ਡਿਊਟੀ ਲਗਾ ਦੇਵੋ। ਉਸ ਨੇ ਮੇਰੀ ਗੱਲ ਮੰਨ ਲਈ। ਅਸੀਂ ਉਹਨਾਂ ਦੋਨਾਂ ਡਰਾਈਵਰ ਤੇ ਉਸ ਦੇ ਨਾਲ ਸਾਥੀ ਨੂੰ ਫੜਿਆ। ਦੋਵਾਂ ਦੇ ਵਿੱਚੋਂ ਇੱਕ ਕਾਲਾ ਸੀ ਜੋ ਕਿ ਕੰਬੋਡੀਆ ਦਾ ਰਹਿਣ ਵਾਲਾ ਸੀ ਤੇ ਦੂਸਰਾ ਇੰਡੀਅਨ ਸੀ ਜੋ ਮਹਾਰਾਸ਼ਟਰ ਦਾ ਸੀ। ਮੈਂ ਉਹਨਾਂ ਸਾਹਮਣੇ ਇਵੇਂ ਗਿਆ ਜਿਵੇਂ ਮੈਂ ਪੁਲਿਸ ਅਫਸਰ ਹੀ ਹੋਵਾਂ। ਬਿਨਾਂ ਕੁਝ ਕਹੇ ਸਿਰਫ ਇੱਕ ਬਲੇਡ ਲਿਆ ਅਤੇ ਦੋਵਾਂ ਦੇ ਸਾਹਮਣੇ ਜਾ ਕੇ ਬੈਠ ਗਿਆ। ਉਹਨਾਂ ਨੂੰ ਡਰਾਉਣ ਦੇ ਲਈ ਇੰਨਾ ਕਾਫੀ ਸੀ। ਉੱਥੋਂ ਮੈਨੂੰ ਪਤਾ ਲੱਗਾ ਕਿ ਡੌਂਕੀ ਲਗਵਾ ਕੇ ਆਈਆਂ ਕੁੜੀਆਂ ਨੂੰ ਜ਼ਿਆਦਾਤਰ ਤੌਰ 'ਤੇ ਵੇਚ ਦਿੱਤਾ ਜਾਂਦਾ ਹੈ। ਉਹਨਾਂ ਨੂੰ ਜ਼ਿਆਦਾ ਪਤਾ ਨਹੀਂ ਸੀ, ਪਰ ਅਮਰੀਕਾ ਅਤੇ ਜਰਮਨੀ ਦੇ 7 ਟਿਕਾਣੇ ਉਹ ਮੈਨੂੰ ਦੱਸ ਗਏ ਜਿੱਥੇ ਮੈਂ ਆਪਣੀ ਪਤਨੀ ਨੂੰ ਭਾਲਣਾ ਸ਼ੁਰੂ ਕਰ ਦਿੱਤਾ। ਮੈਂ 6 ਮਹੀਨੇ ਤੱਕ ਅਮਰੀਕਾ ਦੀ ਹਰ ਦੇਹ ਵਪਾਰ ਕਰਨ ਵਾਲੀ ਗਲੀ ਛਾਣ ਮਾਰੀ ਪਰ ਕੋਈ ਵੀ ਸੁਰਾਗ ਨਹੀਂ ਲੱਭਿਆ। ਫਿਰ ਮੈਂ ਜਰਮਨੀ ਚਲਾ ਗਿਆ। ਤਕਰੀਬਨ 5 ਮਹੀਨੇ ਬਾਅਦ ਮੈਂ ਇੱਕ ਕਮਰੇ ਦੇ ਵਿੱਚ ਗਿਆ ਜਿੱਥੇ ਮੈਨੂੰ ਏਕਤਾ ਮਿਲ ਗਈ। ਉਹ ਦਿਨ ਮੇਰੇ ਲਈ ਅਚਾਨਕ ਹੀ ਆ ਗਿਆ। ਉਸਨੇ ਮੈਨੂੰ ਦੱਸਿਆ ਕਿ ਉਸ ਨੂੰ ਕਾਫੀ ਟਾਈਮ ਤੋਂ ਇੱਥੇ ਹੀ ਰੱਖਿਆ ਗਿਆ ਹੈ। ਉੱਥੋਂ ਨਿਕਲਣਾ ਇੰਨਾ ਆਸਾਨ ਨਹੀਂ ਸੀ। ਮੈਂ ਇੱਕ ਅੱਗ ਲੱਗਣ ਵਾਲਾ ਕੈਮੀਕਲ ਆਪਣੇ ਬੂਟਾਂ ਦੇ ਵਿੱਚ ਭਰ ਕੇ ਰੋਜ਼ਾਨਾ ਹੀ ਏਕਤਾ ਦੇ ਕਮਰੇ ਦੇ ਵਿੱਚ ਜਾਣ ਲੱਗਾ। ਨਕਲੀ ਫਾਇਰ ਬ੍ਰਿਗੇਡ ਦੀ ਗੱਡੀ ਦਾ ਵੀ ਇੰਤਜ਼ਾਮ ਕਰ ਲਿਆ। ਤਕਰੀਬਨ 1.5 ਮਹੀਨੇ ਬਾਅਦ ਮੈਂ ਉਸ ਭਰੇ ਹੋਏ ਡੱਬੇ ਨੂੰ ਬਾਹਰ ਕੱਢਿਆ ਤੇ ਇੱਕ ਬੰਬ ਬਣਾ ਲਿਆ। ਉਸ ਨੂੰ ਅੱਗ ਲਗਾ ਕੇ ਮੈਂ ਬਿਲਡਿੰਗ ਦੇ ਵਿੱਚੋਂ ਵਿੱਚ ਸੁੱਟ ਦਿੱਤਾ। ਧਮਾਕਾ ਮੇਰੇ ਅਨੁਮਾਨ ਤੋਂ ਵੀ ਜ਼ਿਆਦਾ ਵੱਡਾ ਹੋ ਗਿਆ। ਕੁਝ ਸਮਾਂ ਤਾਂ ਧਮਾਕੇ ਨਾਲ ਅਸੀਂ ਵੀ ਸੁੰਨ ਹੋ ਗਏ ਕਿ ਇਹ ਸਭ ਕੁਝ ਸਾਰੀ ਹੀ ਵੱਡਾ ਕਰ ਦਿੱਤਾ ਹੈ। ਚਾਰੇ ਪਾਸੇ ਅੱਗ ਲੱਗਣ ਦੇ ਨਾਲ ਭਗਦੜ ਮਚ ਗਈ ਅਤੇ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਭੱਜ ਨਿਕਲੇ। ਮੈਨੂੰ ਪੂਰਾ 1.5 ਸਾਲ ਲੱਗਾ, ਪਰ ਫਿਰ ਵੀ ਮੈਂ ਸੋਚਦਾ ਹਾਂ ਕਿ ਮੈਂ ਕਿਸਮਤ ਵਾਲਾ ਹਾਂ ਜੋ ਮੈਨੂੰ ਮੇਰੀ ਪਤਨੀ ਮਿਲ ਗਈ। ਮੈਂ 1.5 ਸਾਲ ਤੱਕ ਪੂਰੀ ਕੋਸ਼ਿਸ਼ ਕੀਤੀ। 1.5 ਸਾਲ ਦੀ ਕੋਸ਼ਿਸ਼ ਅਤੇ ਮਿਹਨਤ ਕਰਨ ਤੋਂ ਬਾਅਦ ਹੀ ਮੈਨੂੰ ਮੇਰੀ ਪਤਨੀ ਮੇਰੇ ਤੱਕ ਪਹੁੰਚ ਸਕੀ, ਕਿਉਂਕਿ ਸਾਡਾ ਇਹ ਸੰਸਾਰ ਇੰਨਾ ਵੱਡਾ ਹੈ ਕਿ ਕੁਝ ਵੀ ਲੱਭਣਾ ਅਸੰਭਵ ਹੈ, ਖਾਸ ਕਰਕੇ ਇੱਕ ਔਰਤ ਨੂੰ। ਸੋ ਮੇਰੀ ਪਤਨੀ ਨੇ ਜੋ ਵੀ ਝੱਲਿਆ
ਉਹ ਇੱਕ ਸਿੱਖਿਆ ਹੈ ਕਿ ਲਾਲਚ ਸਾਨੂੰ ਕਿੰਨੀ ਦੂਰ ਲੈ ਕੇ ਆ ਜਾਂਦਾ। ਇਹ ਸੱਚਾਈ ਵੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਗਲਤ ਰਸਤੇ ਅਪਣਾ ਕੇ ਬਾਹਰ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਜਿਸ ਦੇ ਕਰਕੇ ਉਹ ਬਹੁਤ ਵੱਡਾ ਨੁਕਸਾਨ ਵੀ ਕਰਾ ਲੈਂਦੇ ਹਨ। ਇਹ ਤਾਂ ਸਰਬਜੀਤ ਕਿਸਮਤ ਵਾਲਾ ਸੀ ਜਿਸ ਨੂੰ ਆਪਣੀ ਪਤਨੀ ਮਿਲ ਗਈ, ਨਹੀਂ ਤਾਂ ਇਸ ਸੰਸਾਰ ਦੇ ਵਿੱਚੋਂ ਕਿਸੇ ਨੂੰ ਲੱਭਣਾ ਮਤਲਬ ਕਿ ਕੂੜੇ ਦੇ ਢੇਰ ਦੇ ਵਿੱਚੋਂ ਸੂਈ ਨੂੰ ਲੱਭਣ ਦੇ ਬਰਾਬਰ ਹੁੰਦਾ ਹੈ। ਇਸ ਕਹਾਣੀ ਤੋਂ ਸਾਨੂੰ ਸਿੱਖਿਆ ਵੀ ਲੈਣੀ ਚਾਹੀਦੀ ਹੈ ਕਿ ਇਹੋ ਜਿਹੀ ਗਲਤੀ ਕਦੀ ਨਾ ਕਰੋ। ਜੇਕਰ ਤੁਸੀਂ ਬਾਹਰ ਵਿਦੇਸ਼ਾਂ ਦੇ ਵਿੱਚ ਜਾਣਾ ਹੈ ਤਾਂ ਸਹੀ ਤਰੀਕੇ ਦੇ ਨਾਲ 1 ਨੰਬਰ ਦੇ ਵਿੱਚ ਜਾਓ, 2 ਨੰਬਰ ਦਾ ਰਸਤਾ ਕਦੀ ਵੀ ਨਾ ਅਪਣਾਓ। ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣ। ਨਾਲ ਹੀ ਸਾਡੇ ਤਹਿਲਕਾ ਪੰਜਾਬ ਚੈਨਲ ਦੇ ਨਾਲ ਜੁੜੇ ਰਹਿਣਾ। ਧੰਨਵਾਦ ਜੀ।